ਓਪੀ ਸੋਨੀ ਦੀ ਅੰਮ੍ਰਿਤਸਰ ਸੈਂਟਰਲ ਤੋਂ ਓਪੀ ਸੋਨੀ ਆਉਂਦੇ ਨੇ ਜੋ ਮੌਜੂਦਾ ਸਮੇਂ ਦੇ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਨੇ। ਇਹ ਵੀ ਇੰਪੋਰਟੈਂਟ ਹੈ ਕਿ ਓਪੀ ਸੋਨੀ ਦੇ ਵੱਲੋਂ ਆਪਣੇ ਸਿਆਸੀ ਕੈਰੀਅਰ ਦਾ ਆਗਾਜ਼ ਇੱਕ ਬਤੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਔਰ ਸਿਆਸਤ ਦੀਆਂ ਪੌੜੀਆਂ ਚੜ੍ਹਦੇ ਗਏ ਔਰ ਪਹੁੰਚ ਗਏ ਟੌਪ ਦੇ ਉੱਤੇ, ਕਿੱਥੇ ਉਪ ਮੁੱਖ ਮੰਤਰੀ ਵਾਲੀ ਕੁਰਸੀ ਉੱਤੇ। ਮੁੱਖ ਮੰਤਰੀ ਉਹਨਾਂ ਤੋਂ ਉੱਪਰ ਜ਼ਰੂਰ ਹੈਗੀ ਹੈ, ਪਰ ਓਪੀ ਸੋਨੀ ਲਗਾਤਾਰ ਜਿੱਤ ਰਹੇ ਨੇ। 5 ਇਲੈਕਸ਼ਨ ਪਿਛਲੇ ਜਿੱਤ ਚੁੱਕੇ ਨੇ ਕਿ 6ਵਾਂ ਜਿੱਤਣਗੇ ਕਿ ਜਿੱਤ ਦਾ 6 ਲਗਾਉਣਗੇ, ਇੱਕ ਵੱਡਾ ਸਵਾਲ ਜ਼ਰੂਰ ਹੈ। ਓਪੀ ਸੋਨੀ ਅੰਮ੍ਰਿਤਸਰ ਸੈਂਟਰਲ ਤੋਂ ਨੇ ਔਰ ਜੋ ਸਭ ਤੋਂ ਜ਼ਿਆਦਾ ਇਸ ਸਮੇਂ ਤੁਸੀਂ ਇਹ ਕਹਿ ਸਕਦੇ ਹੋ ਕਿ ਵਿਨਿੰਗ ਪੋਜੀਸ਼ਨ 'ਚ ਨਜ਼ਰ ਆਉਂਦੇ ਨੇ। ਕਾਂਗਰਸ ਨੂੰ ਲੱਗਦਾ ਕਿ ਇਹ ਸਾਡੇ ਉਮੀਦਵਾਰ ਸਿੱਧੇ ਜਿੱਤਣ ਵਾਲੇ ਨੇ। ਉਹਨਾਂ ਦੇ ਵਿੱਚ ਇੱਕ ਨਾਮ ਓਪੀ ਸੋਨੀ ਦਾ ਵੀ ਹੈ। ਇਸ ਤੋਂ ਬਾਅਦ ਮੈਂ ਇੱਕ ਕਰਕੇ ਬਹੁਤ ਸਾਰੀਆਂ ਪਾਰਟੀਆਂ ਦਾ ਜ਼ਿਕਰ ਕਰਾਂਗਾ। ਜਿਹੜੀ ਪਾਰਟੀ ਨੂੰ ਤੁਸੀਂ ਫੋਲੋ ਕਰਦੇ ਆ, ਜਿਸ ਦੇ ਤੁਸੀਂ ਨਾਲ ਹੋ, ਉਹਨਾਂ ਦਾ ਵੀ ਜ਼ਿਕਰ ਹੋਏਗਾ। ਕੈਪਟਨ ਅਮਰਿੰਦਰ ਸਿੰਘ ਦੇ ਕੋਲ ਮੌਕਾ ਹੈ। ਆਪਾਂ 6 ਵਾਲਿਆਂ ਦਾ ਜ਼ਿਕਰ ਕੀਤਾ, ਹੁਣ ਜਿਹੜਾ ਜਿੱਤ ਦਾ ਪੰਜਾ ਲਗਾ ਸਕਦੇ ਨੇ। 5ਵੀਂ ਵਾਰ ਜੋ ਵਿਧਾਨ ਸਭਾ ਪਹੁੰਚਣ ਦਾ ਇਸ ਸਮੇਂ ਇੱਛਾ ਰੱਖ ਰਹੇ ਨੇ, ਜਿਨ੍ਹਾਂ ਨੂੰ ਮੌਕਾ ਜਨਤਾ ਨੇ ਦਿੱਤਾ ਜਾਂ ਨਹੀਂ ਦਿੱਤਾ, ਉਹ 10 ਤਰੀਕ ਨੂੰ ਕਲੀਅਰ ਹੋਏਗਾ। ਕੈਪਟਨ ਅਮਰਿੰਦਰ ਸਿੰਘ ਇਸ ਵਾਰੀ ਇੱਕ ਵਾਰ ਫਿਰ ਤੋਂ ਪਟਿਆਲਾ ਸ਼ਹਿਰੀ ਤੋਂ, ਪਟਿਆਲਾ ਇਹਨਾਂ ਦਾ ਗੜ ਕਿਹਾ ਜਾਂਦਾ, ਇੱਥੋਂ ਲਗਾਤਾਰ ਉਹ ਜਿੱਤਦੇ ਆਏ ਨੇ। 2002, 7, 12, 17, 2002 ਚ ਜਿੱਤੇ, ਸਰਕਾਰ ਬਣਾਈ, ਮੁੱਖ ਮੰਤਰੀ ਬਣੇ। 2007 ਦੇ ਵਿੱਚ ਜਿੱਤ ਹਾਸਲ ਹੋਈ, ਸਰਕਾਰ ਨਹੀਂ ਬਣੀ। 2012 ਚ ਦੁਬਾਰਾ ਜਿੱਤ ਹਾਸਲ ਹੋਈ, ਸਰਕਾਰ ਨਹੀਂ ਬਣੀ। ਪਰ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਹਾ ਜਾਂਦਾ ਕਿ ਕਾਂਗਰਸ ਨੇ ਜਿੱਤ ਹਾਸਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੇ ਦਮ ਦੇ ਉੱਤੇ ਔਰ ਸਰਕਾਰ ਬਣੀ। ਪਰ ਇਸ ਵਾਰ ਸਮੀਕਰਨ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਮੁਸ਼ਕਿਲ ਕਹਿ ਸਕਦੇ ਹੋ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਚੁਣੌਤੀ ਬਹੁਤ ਵੱਡੀ ਹੈ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਵੱਖ ਹੋ ਚੁੱਕੇ ਨੇ, ਛੱਡ ਚੁੱਕੇ ਨੇ। ਪਾਰਟੀ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਤਾਂ ਉਸ ਤੋਂ ਬਾਅਦ ਉਹ PLC ਬਣਾਉਂਦੇ ਨੇ, ਪੰਜਾਬ ਲੋਕ ਕਾਂਗਰਸ ਉਹਨਾਂ ਦਾ ਹੀ ਸਿੰਬਲ ਹੈ। ਉਸ ਤੋਂ ਬਾਅਦ ਬੀਜੇਪੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਗਠਜੋੜ ਕਰਦੇ ਨੇ ਤੇ ਉਸ ਤੋਂ ਬਾਅਦ ਚੋਣ ਮੈਦਾਨ 'ਚ ਨੇ। ਜਿੱਤ ਹਾਰ 10 ਤਰੀਕ ਨੂੰ ਸਾਫ਼ ਹੋਏਗਾ। ਉਸ ਤੋਂ ਬਾਅਦ ਮੈਂ ਜ਼ਿਕਰ ਕਰਦਾ ਲਹਿਰਾ ਗਾਗਾ ਵਿਧਾਨ ਸਭਾ ਹਲਕਾ, ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਚੰਗਾ ਆਧਾਰ ਕਿਹਾ ਜਾਂਦਾ ਹੈ ਔਰ ਲਹਿਰਾ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਜਿੱਤ ਹਾਸਲ ਕੀਤੀ ਹੈ ਲਗਾਤਾਰ ਔਰ ਇਹ 5ਵੀਂ ਵਾਰ ਜਿੱਤ ਦਾ ਪੰਜਾ ਇਹ ਵੀ ਲਗਾ ਸਕਦੇ ਨੇ। ਬੇਸ਼ੱਕ ਹੁਣ ਤੱਕੜੀ ਦੇ ਚੋਣ ਨਿਸ਼ਾਨ ਦੇ ਉੱਤੇ ਹੀ ਜਿੱਤ ਹਾਸਲ ਕਰਦੇ ਆਏ ਨੇ, ਪਰ ਤੁਹਾਨੂੰ ਦੱਸਦਾ 2000 ਦੇ ਵਿੱਚ ਜ਼ਿਮਨੀ ਚੋਣ ਹੋਈ ਸੀ, ਉੱਥੇ ਜਿੱਤ ਹਾਸਲ ਕੀਤੀ। 2002 ਚ ਨਹੀਂ ਉਤਰੇ। 2007 ਦੇ ਵਿੱਚ ਦੁਬਾਰਾ ਜਿੱਤ ਹਾਸਲ ਕੀਤੀ, 12 ਜਿੱਤ ਹਾਸਲ ਕੀਤੀ, 17 ਜਿੱਤ ਹਾਸਲ ਕੀਤੀ ਔਰ 2022 ਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ 'ਚ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆਏ ਨੇ। ਹੁਣ ਤੱਕ ਬਾਦਲ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਸੁਖਦੇਵ ਸਿੰਘ ਢੀਂਡਸਾ ਆਪਣੇ ਪਰਿਵਾਰ ਸਣੇ ਬਾਹਰ ਹੋ ਗਏ। ਲਹਿਰਾ ਤੋਂ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਉਸ ਸਮੇਂ ਵੀ ਵਿਧਾਇਕ ਸੀ, ਜਦੋਂ ਪਾਰਟੀ ਤੋਂ ਅਲੱਗ ਹੋਏ ਨੇ ਤਾਂ ਉਹ ਵੀ ਉਸ ਸਮੇਂ ਬਾਹਰ ਹੋ ਗਏ। ਹੁਣ ਟੈਲੀਫੋਨ ਦਾ ਚੋਣ ਨਿਸ਼ਾਨ ਤੇ ਚੋਣ ਮੈਦਾਨ ਦੇ ਵਿੱਚ ਨੇ ਬੀਜੇਪੀ ਅਤੇ ਕੈਪਟਨ ਵਾਲੀ ਪਾਰਟੀ ਦੇ ਨਾਲ ਅਲਾਈਅੰਸ ਕਰਕੇ। ਖਾਸ ਇਹ ਵੀ ਹੈ ਕਿ 2017 ਚ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾ ਤੋਂ ਰਜਿੰਦਰ ਕੌਰ ਭੱਠਲ ਨੂੰ ਹਰਾ ਦਿੱਤਾ ਸੀ, ਜੋ ਸੂਬੇ ਦੀ ਸਾਬਕਾ ਮੁੱਖ ਮੰਤਰੀ ਨੇ। ਉਸ ਤੋਂ ਬਾਅਦ ਗੱਲ ਨਾਭਾ ਵਿਧਾਨ ਸਭਾ ਹਲਕੇ ਦੀ, ਜੋ 5ਵੀਂ ਵਾਰ ਵਿਧਾਨ ਸਭਾ ਪਹੁੰਚਣ ਦਾ ਮੌਕਾ ਜਿਨ੍ਹਾਂ ਦੇ ਕੋਲ ਹੈ। ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਦੇ ਵਿੱਚ ਰਹੇ ਪਿਛਲੇ 5 ਸਾਲ ਦੇ ਵਿੱਚ, ਪਰ ਜਦੋਂ ਕੈਪਟਨ ਦੀ ਕੁਰਸੀ ਗਈ ਤਾਂ ਇਹਨਾਂ ਦੀ ਵੀ ਕੁਰਸੀ ਗਈ, ਸਾਧੂ ਸਿੰਘ ਧਰਮਸੋਤ ਦੀ ਵੀ ਕੁਰਸੀ ਗਈ। ਪਰ 2002 ਚ ਜਿੱਤ ਹਾਸਲ ਕੀਤੀ, 7 ਚ ਜਿੱਤ ਹਾਸਲ ਕੀਤੀ, 12 ਜਿੱਤ ਹਾਸਲ ਕੀਤੀ, 17 ਜਿੱਤ ਹਾਸਲ ਕੀਤੀ। 2022 ਚ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਫੈਕਟ ਦੱਸਦਾ। 1992 ਦੇ ਵਿੱਚ ਜਦੋਂ ਬਾਈਕਾਟ ਹੋਇਆ ਸੀ ਅਕਾਲੀ ਦਲ ਦੇ ਵੱਲੋਂ, ਤਾਂ ਉਸ ਸਮੇਂ ਪਹਿਲੀ ਵਾਰ ਸਾਧੂ ਸਿੰਘ ਧਰਮਸੋਤ ਜਿੱਤੇ ਸੀ। ਉਸ ਤੋਂ ਬਾਅਦ 1997 ਚ ਇੱਕ ਹੋਰ ਇੰਟਰਸਟਿੰਗ ਫੈਕਟ ਦੱਸਦਾ। 1992 ਦੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਸੀਟ ਅਮਲੋਹ ਹੋਇਆ ਕਰਦੀ ਸੀ ਔਰ 2012 ਚ ਜਦੋਂ ਡੀਲਿਮਿਟੇਸ਼ਨ ਦੁਬਾਰਾ ਹੋਈ ਹੈ, ਉਸ ਸਮੇਂ 2012 ਚ ਇਹ ਨਾਭੇ ਆ ਗਏ। ਨਾਭੇ ਕਾਕਾ ਰਣਦੀਪ ਹੁੰਦੇ ਸੀ ਤੇ ਉਹ ਅਮਲੋਹ ਚਲੇ ਗਏ। ਹੁਣ ਮੌਜੂਦਾ ਸਮੇਂ ਜੋ ਵਿਧਾਇਕ ਨੇ ਔਰ ਮੰਤਰੀ ਵੀ ਨੇ, ਖੇਤੀਬਾੜੀ ਮੰਤਰੀ। ਸਾਧੂ ਸਿੰਘ ਧਰਮਸੋਤ 1997 ਚ ਹਾਰਦੇ ਨੇ, ਜਦੋਂ ਅਕਾਲੀ ਦਲ ਨੇ 93 ਸੀਟਾਂ, ਅਕਾਲੀ ਦਲ ਬੀਜੇਪੀ ਗਠਜੋੜ ਨੇ 93 ਸੀਟਾਂ ਹਾਸਲ ਕਰਕੇ ਸਰਕਾਰ ਬਣਾਈ ਸੀ। ਉਸ ਤੋਂ ਬਾਅਦ 2002 ਚ ਜਿੱਤੇ, 7 ਚ ਜਿੱਤੇ ਔਰ 12 ਦੇ ਵਿੱਚ, ਕਿਉਂਕਿ 2002 ਔਰ 2007 ਦੇ ਵਿੱਚ ਜਦੋਂ ਜਿੱਤੇ ਨੇ ਉਸ ਸਮੇਂ ਅਮਲੋਹ ਵਿਧਾਨ ਸਭਾ ਹਲਕੇ ਤੋਂ ਜਿੱਤੇ ਸੀ ਔਰ 12 ਦੇ ਵਿੱਚ ਆ ਗਏ ਨਾਭਾ ਵਿਧਾਨ ਸਭਾ ਹਲਕਾ। 12 ਚ 90 ਤੋਂ ਜਿੱਤੇ, 17 ਚ 90 ਤੋਂ ਜਿੱਤੇ ਤੇ 2022 ਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ 'ਚ ਨੇ ਨਾਭਾ ਵਿਧਾਨ ਸਭਾ ਹਲਕੇ ਤੋਂ ਹੀ ਕਾਂਗਰਸ ਦੇ ਟਿਕਟ ਤੋਂ ਕਿ ਸਾਧੂ ਸਿੰਘ ਧਰਮਸੋਤ ਲਗਾਤਾਰ 5ਵੀਂ ਵਾਰ ਜਾਣਗੇ। ਹਾਲਾਂਕਿ ਹੁਣ ਤੱਕ 5 ਵਾਰੀ ਜਾ ਚੁੱਕੇ ਨੇ ਵਿਧਾਨ ਸਭਾ, ਪਰ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਹਾਰ ਹੋਈ ਸੀ। ਅਸੀਂ ਲਗਾਤਾਰ ਦਾ ਜ਼ਿਕਰ ਕਰ ਰਹੇ ਹਾਂ ਕਿ ਜਿਹੜੇ ਵਿਧਾਇਕ ਜਾਂ ਫਿਰ ਜਿਹੜੇ ਆਗੂ ਨੇ ਜੋ ਲਗਾਤਾਰ ਜਿੱਤ ਹਾਸਲ ਕਰਦੇ ਆਏ ਨੇ, ਜਿੱਥੇ ਉਹਨਾਂ ਦੀ ਬ੍ਰੇਕ ਲੱਗੀ, ਅਸੀਂ ਉਸ ਤੋਂ ਬਾਅਦ ਦੀ ਗੱਲ ਕਰਾਂਗੇ। ਸਾਧੂ ਸਿੰਘ ਧਰਮਸੋਤ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ ਤੇ ਹੁਣ ਕਾਕਾ ਰਣਦੀਪ, ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ। ਕਾਕਾ ਰਣਦੀਪ ਪਹਿਲਾਂ ਨਾਭਾ ਵਿਧਾਨ ਸਭਾ ਹਲਕਾ ਤੋਂ ਚੋਣ ਮੈਦਾਨ 'ਚ ਉਤਰਦੇ ਸੀ। 2002 ਚ ਉੱਥੇ ਜਿੱਤੇ ਨੇ, 2007 ਦੇ ਵਿੱਚ ਉੱਥੋਂ ਜਿੱਤੇ ਨੇ, ਫਿਰ 2012 ਦੇ ਵਿੱਚ ਇਹ ਅਮਲੋਹ ਚਲੇ ਗਏ, ਕਿਉਂਕਿ ਅਮਲੋਹ ਜਿਹੜੀ ਹੈ ਜਨਰਲ ਸੀਟ ਹੋ ਗਈ ਔਰ ਨਾਭਾ ਰਿਜ਼ਰਵ ਸੀਟ ਹੋ ਗਈ। ਤਾਂ ਪਹਿਲਾਂ ਅਮਲੋਹ ਰਿਜ਼ਰਵ ਸੀਟ ਹੁੰਦੀ ਸੀ, ਉੱਥੇ ਸਾਧੂ ਸਿੰਘ ਧਰਮਸੋਤ ਸੀ, ਤਾਂ ਦੋਵਾਂ ਨੇ ਇੱਕ ਤਰੀਕੇ ਨਾਲ ਸਵੈਪ ਕਰ ਲਈ।
ज्यादा दूर नहीं है। नाभा ते बिल्कुल अमलो नाल लगदियां सीटां ने, बहुत नाल लगदे इलाके ने। हालांकि नाभा पटियाले जिले च आउंदा है और अमलो फतेहगढ़ साहब जिले दे विच आउंदा है। तो यह 5वीं वार कि काका रणदीप जाणगे। खास यह भी है कि काका रणदीप नूं मंत्री बनने का मौका मिले, 4 बार लगातार जित हासिल की है और यह लगातार मंत्री वाली रेस दे विच सी, नहीं मिली इसी कुर्सी। पर जदों कैप्टन की कुर्सी गई, 5 मंत्रियों की कुर्सी गई, तो फिर नंबर लग्या काका रणदीप का कैबिनेट दे विच भी। और कैबिनेट दे विच नंबर लग्या भी अजिहा कि उन्होंने खेतीबाड़ी मंत्राला मिलिया। यह पंजाब का सब तो तुसीं कह सकते हो इस बार का गर्म मुद्दा रहा, जिस दे उत्ते खूब 1-1.5 साल दे विच आपां किसानी अंदोलन तो लैके बहुत सारियां चीज़ां होंदियां देखियां ने। तां काका रणदीप दा जिक्र है 5वीं वारी कि जित दा पंजा लगाउणगे जां नहीं लगाउणगे, 10 तरीक नूं साफ होएगा। खैर इस दे नाल नाल मैं अपने दर्शकों ने भी अपडेट कर दवां, सवेरे 5 बजे तो 10 तरीक नूं लगातार असीं तुहाडे नाल जुड़ांगे। ते हुण गल जित दे चौके दी कि चौका लगाएगा कोई कि जिन्हां ने लगातार जित हासिल की है, पिछली बार 3 बार जिते ने, कि उन्हां दे कोल मौका होएगा। तो चरणजीत सिंह चन्नी उन्हां दे विच एक नाम है। सूबे के मुख मंत्री ने 2007 तो लगातार चमकौर साहब सीट तो जितते आए ने। 2007 च आजाद उम्मीदवार के तौर पर चोण मैदान च उतरे, जित हासिल की। 2012 के जित हासिल की, 17 च जित हासिल की, 2022 च की चमकौर साहब तो जितणगे या भदौड़ तो जितणगे या दोवें सीटां जितणगे। यह भी इंटरस्टिंग है कि 2007 के चमकौर साहब सीट नहीं सी, मोरिंडा विधान सभा हल्का सी, उत्थे आजाद के तौर के चोण मैदान के उतरे। 2012 के फिर जदों चमकौर साहब सीट बन गई तो उन्होंने, क्योंकि मोरिंडा चमकौर साहब के अंडर आंदा है, 2012 के उत्थे जित हासिल की, कांग्रेस के टिकट देते। 2007 के आजाद उम्मीदवार जिते सी। आजाद उम्मीदवार जितना एक बहुत बड़ी गल होंदी है, कहा जाता है पंजाब की सियासत च। और 2017 भी इन्होंने जित हासिल की। 2012 जो जित हासिल की सी, ओपोजिशन के सी और लीडर ऑफ ओपोजिशन रहे। 2017 के जिते कैबिनेट मंत्री बने, एक पंजाब दे विच कांग्रेस का बड़ा दलित चेहरा बने। और फिर 2022 के इलैक्शन तो 3-4 महीने पहला जो तख्ता पलट तरीके नाल कांग्रेस के अंदर ही होया, उत्थे चरणजीत सिंह चन्नी पंजाब के मुख मंत्री बन गए। हुण अगे बढ़दे हां, तुहानूं दिखाने कौन कौन चौका लगा सकदा जितदा और कौन कौन रेस दे विच है। सुखबीर सिंह बादल एक वड्डा नाम। सुखबीर सिंह बादल इस बार जलालाबाद तो ही चोण मैदान दे विच उतरे हुए ने। 2009 दे विच जिमनी चोण जिहड़ी होई सी जलालाबाद दे विच, उस सीट तो जित हासिल करके पहली बार विधान सभा पहुंचे सन सुखबीर सिंह बादल। फिर 2012 जिते, 17 जिते, हुण 2022 एक बार फिर तो चोण मैदान दे विच ने। यह भी तुहानूं दस दवां कि 2017 तो बाद 2019 ਦੀਆਂ लोक सभा चोणां दे विच सुखबीर सिंह बादल ने चोण मैदान दे विच लोक सभा च उतरे सी फिरोजपुर विधान सभा हल्के तो, इस करके उन्होंने अपना विधायकी वाला अहुदा छड्डना पिया सी। और फिर उस सीट तो जलालाबाद तो कांग्रेस जित गई सी जिमनी चोण दे विच, पर सुखबीर बादल उहदे विच ऑब्वियस नहीं सी। तो 2022 दे विच की यह चेहरा जित हासिल करेगा कि इन्हां दी पार्टी जित हासिल करेगी, यह बड़ा सवाल है, क्योंकि ये मुख्यमंत्री का चेहरा भी ने श्रोमणी अकाली दल दे। तो चौका लगाने का मौका सुखबीर सिंह बादल के कोल भी है। जलालाबाद फाजिलका जिले में आता है और सुखबीर सिंह बादल लाजमी तौर पर दावा कर रहे हैं 80 सीटां वाले इस बार बहुजन समाज पार्टी के नाल चोण मैदान दे विच उतरे हुए ने। अगला असीं तुहानूं दिखाने आगू बिक्रम मजिठिया। बिक्रम मजिठिया के सामने सब तो इंटरस्टिंग और सब तो हॉट सीटां दे विचों एक जिथे आंदी है, उत्थे लड़ रहे हैं बिक्रम मजिठिया। बिक्रम मजिठिया ने लगातार जित हासिल की है और 2007 दे विच पार्टी ने श्रोमणी अकाली दल ने बिक्रम मजिठिया नूं मजिठा विधान सभा हल्का दिता और उत्थों एक गढ़ के तौर के उत्ते बिक्रम मजिठिया ने अपने उस हल्के नूं बना लिया। 2007 दे विच अकाली दल की सरकार बनी, बिक्रम मजिठिया जिते। 2012 दे विच अकाली दल की सरकार बनी, बिक्रम मजिठिया जिते। 2017 दे विच अकाली दल की सरकार नहीं बनी, अकाली दल सिर्फ 15 सीटां दे उत्ते सिमट गया, पर बिक्रम मजिठिया जिते। पर 2022 दे विच समीकरण थोड़े जिहे वखरे ने। 2007, 12, 17 बिक्रम मजिठिया चोण मैदान च उतरे सी मजिठा विधान सभा हल्के तो। इस बार 2022 दे विच बिक्रम मजिठिया चोण मैदान दे विच ने विधान सभा हल्का अमृतसर ईस्ट सामने ने नवजोत सिंह सिद्धू, जीवनजोत कौर ते ਉਹ ਚਿਹਰੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਕਰੜਾ ਮੁਕਾਬਲਾ ਹੈ। ਤਾਂ ਜਿੱਤ ਦਾ ਚੌਕਾ ਲਗਾਣਾ ਬਿਕਰਮ ਮਜੀਠੀਆ ਦੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਹਾਲਾਂਕਿ ਦਿੱਕਤਾਂ ਉਹਨਾਂ ਦੇ ਸਾਹਮਣੇ ਜਿਹੜਾ ਪਰਚਾ ਉਹਨਾਂ ਦੇ ਉੱਪਰ ਹੋਇਆ ਉਹਨੂੰ ਲੈ ਕੇ ਵੀ ਨੇ, ਪਰ ਇਸ ਸਮੇਂ ਸਭ ਦੀਆਂ ਨਜ਼ਰਾਂ ਹੈਗੀਆਂ ਨੇ ਕਿ 2022 ਦੇ ਨਤੀਜਿਆਂ ਦੇ ਵਿੱਚ ਜਿਹੜਾ 10 ਮਾਰਚ ਨੂੰ ਨਤੀਜੇ ਆਉਣੇ ਨੇ, ਵੀਰਵਾਰ ਨੂੰ ਨਤੀਜੇ ਆਉਣੇ ਨੇ, ਉਸ ਦੇ ਵਿੱਚ ਕੀ ਹੋਏਗਾ। ਖੈਰ ਹੋਰ ਤੁਹਾਨੂੰ ਦਿਖਾਉਂਦੇ ਆ ਚੌਕਾ ਲਗਾਉਣ ਦਾ ਮੌਕਾ ਹੋਰ ਕਿਸ ਦੇ ਕੋਲ ਹੈ। ਸੁਖ ਸਰਕਾਰੀਆ ਰਾਜਾ सांसी तो एमएलए चुने गए ने और लगातार जित हासिल करते आए ने और ये जेडे माझे दे बड़े लीडर ने इस करके लगातार जित हासिल होंदी रही। कैबिनेट दे विच रैंक हासिल करन दा एक पैमाना यह भी कहा जाता है कि जिस दे कोल तजर्बा बहुत होवे और जो लगातार जित हासिल करके पहुंच रहा होवे। हालांकि कुछ ਜਿਹੜੇ ਨੌਜਵਾਨਾਂ ਵਾਲੇ ਕੋਟੇ ਦੇ ਵਿੱਚੋਂ ਵੀ ਕਈਆਂ ਨੂੰ ਮੌਕਾ ਮਿਲ ਜਾਂਦਾ ਹੈ, ਪਰ ਚੌਕਾ ਲਗਾਉਣ ਦਾ ਮੌਕਾ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦੇ ਕੋਲ ਵੀ ਹੈ। 2007, 12, 17 ਉਹਨਾਂ ਨੇ ਜਿੱਤ ਹਾਸਲ ਕੀਤੀ ਹੈ
ਔਰ 2022 ਦੇ ਵਿੱਚ ਕੀ ਜਿੱਤ ਹਾਸਲ ਕਰਨਗੇ। ਰਾਜਾ ਸਾਂਸੀ ਦੇ ਲੋਕਾਂ ਨੇ ਕੀ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ, 10 ਤਰੀਕ ਨੂੰ ਕਲੀਅਰ ਹੋਏਗਾ। ਅਗਲਾ ਅਸੀਂ ਤੁਹਾਨੂੰ ਆਗੂ ਦਿਖਾਉਂਦੇ ਹਾਂ। ਸੁਖ ਸਰਕਾਰੀਆ ਕੈਬਨਿਟ ਮੰਤਰੀ ਨੇ ਔਰ ਜਦੋਂ ਕੈਪਟਨ ਦੇ ਖਿਲਾਫ ਆਵਾਜ਼ ਬੁਲੰਦ ਹੋਈ ਤਾਂ ਸੁਖ ਸਰਕਾਰੀਆ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਮ ਜ਼ਰੂਰ ਸੀ। ਅਗਲਾ ਮੋਹਾਲੀ ਵਿਧਾਨ ਸਭਾ ਹਲਕਾ, ਬਲਬੀਰ ਸਿੱਧੂ। ਮੋਹਾਲੀ ਵਿਧਾਨ ਸਭਾ ਹਲਕੇ ਨੂੰ ਬਲਬੀਰ ਸਿੱਧੂ ਦਾ ਗੜ ਕਿਹਾ ਜਾਂਦਾ ਹੈ। ਬਲਬੀਰ ਸਿੱਧੂ ਜਿੱਤੇ ਲਗਾਤਾਰ, ਜਿੱਦਾਂ ਚੌਕਾ ਤੁਸੀਂ ਦੇਖ ਰਹੇ ਹੋ ਕਿ ਇਸ ਵਾਰ ਉਹਨਾਂ ਦੇ ਕੋਲ ਮੌਕਾ ਹੈਗਾ ਏ, ਪਰ ਬਲਬੀਰ ਸਿੱਧੂ ਦੇ ਸਾਹਮਣੇ ਇਸ ਵਾਰ ਚੁਣੌਤੀ ਇਸ ਕਰਕੇ ਵੀ ਕਰੜੀ ਹੋ ਜਾਂਦੀ ਹੈ ਕਿਉਂਕਿ ਇੱਥੇ ਕੁਲਵੰਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ, ਪਰਮਿੰਦਰ ਸਿੰਘ ਸੋਹਾਣਾ ਚੋਣ ਮੈਦਾਨ ਦੇ ਵਿੱਚ ਨੇ ਔਰ ਜੋ ਬੀਜੇਪੀ ਦੇ ਆਗੂ ਨੇ, ਬੀਜੇਪੀ ਦੇ ਕੈਂਡੀਡੇਟ ਨੇ ਵਿਸ਼ੇਸ਼, ਉਹ ਵੀ ਮੈਦਾਨ ਦੇ ਵਿੱਚ ਨੇ। ਪਰ ਬਲਬੀਰ ਸਿੱਧੂ ਦੇ ਸਾਹਮਣੇ ਚੁਣੌਤੀ ਇਸ ਕਰਕੇ ਵੱਡੀ ਹੈ ਕਿਉਂਕਿ ਲਗਾਤਾਰ ਜਿੱਤਦੇ ਆਏ ਨੇ ਔਰ ਜਦੋਂ ਲਗਾਤਾਰ ਜਿੱਤ ਹਾਸਲ ਹੁੰਦੀ ਹੈ ਆਮ ਤੌਰ ਤੇ ਕੀ ਹੁੰਦਾ ਕਿ 5 ਸਾਲ ਬਾਅਦ ਹੀ ਐਂਟੀ ਇਨਕੰਬੈਂਸੀ ਦਾ ਜ਼ਿਕਰ ਹੋਣ ਲੱਗ ਜਾਂਦਾ ਕਿ 5 ਸਾਲ ਵਿਧਾਇਕ ਦਿਖਿਆ ਨਹੀਂ ਜਾਂ ਵਿਧਾਇਕ ਦੀ ਗੱਲ ਨਹੀਂ ਹੋਈ, ਤਾਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਖੈਰ ਹੁਣ ਬਲਬੀਰ ਸਿੰਘ ਸਿੱਧੂ ਚੌਕਾ ਲਗਾਉਣਗੇ ਕਿ ਨਹੀਂ, ਚੌਥੀ ਵਾਰ ਜਿੱਤਣਗੇ ਕਿ ਨਹੀਂ, ਇਹ ਲੋਕ ਹੀ ਤੈਅ ਕਰਨਗੇ। ਅਗਲੇ ਆਗੂ ਦਾ ਅਸੀਂ ਜ਼ਿਕਰ ਕਰਦੇ ਹਾਂ, ਨਾਮ ਹੈ ਇੰਦਰਬੀਰ ਸਿੰਘ ਬੁਲਾਰੀਆ ਔਰ ਅੰਮ੍ਰਿਤਸਰ ਸਾਊਥ ਤੋਂ ਆਉਂਦੇ ਨੇ। ਇੰਦਰਬੀਰ ਸਿੰਘ ਬੁਲਾਰੀਆ ਨੌਜਵਾਨ ਚਿਹਰਾ ਨੇ, 2008 ਦੇ ਵਿੱਚ ਜ਼ਿਮਨੀ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ, 2012 ਦੇ ਵਿੱਚ ਜਿੱਤ ਹਾਸਲ ਕੀਤੀ, 2017 ਦੇ ਵਿੱਚ ਜਿੱਤ ਹਾਸਲ ਕੀਤੀ ਔਰ ਇਸ ਵਾਰ 2022 ਦੇ ਵਿੱਚ ਕੀ ਇਹ ਜਿੱਤ ਹਾਸਲ ਕਰਨਗੇ। ਨਵਜੋਤ ਸਿੰਘ ਸਿੱਧੂ ਦੇ ਕਰੀਬੀ ਕਹੇ ਜਾਂਦੇ ਨੇ ਔਰ ਸਿੱਧੂ ਦੇ ਨਾਲ ਖਾਸ ਤੌਰ ਤੇ ਵਿਧਾਨ ਸਭਾ ਦੇ ਅੰਦਰ ਜਦੋਂ ਅਕਾਲੀ ਦਲ ਦੇ ਨਾਲ, ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਨਾਲ ਖੂਬ ਤੂ ਤੜਾਕ ਹੁੰਦੀ ਹੈ ਜਾਂ ਫਿਰ ਅਸੀਂ ਜ਼ਿਕਰ ਕਰੀਏ ਕਿ ਅੰਦਰ ਬਹੁਤ ਸਾਰੀ ਗਹਿਮਾ ਗਹਿਮੀ ਹੁੰਦੀ ਹੈ, ਤਾਂ ਉਸ ਦੇ ਵਿੱਚ ਇਹ ਚਿਹਰਾ ਵੀ ਖੂਬ ਚਰਚਾ ਦੇ ਵਿੱਚ ਰਹਿੰਦਾ ਹੈ। ਅਗਲੇ ਚਿਹਰੇ ਦਾ ਮੈਂ ਜ਼ਿਕਰ ਕਰਾਂਗਾ ਕਿ ਹੋਰ ਕਿਸ ਦੇ ਕੋਲ ਮੌਕਾ। ਦਿਨੇਸ਼ ਬੱਬੂ, ਇਹ ਬੀਜੇਪੀ ਦਾ ਵੱਡਾ ਚਿਹਰਾ ਹੈ। ਸੁਜਾਨਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ। ਬੀਜੇਪੀ ਜਦੋਂ 23 ਦੇ ਵਿੱਚੋਂ 19 ਸੀਟਾਂ ਜਿੱਤਦੀ ਹੈ ਤਾਂ ਵੀ ਦਿਨੇਸ਼ ਬੱਬੂ ਜਿੱਤਦੇ ਨੇ। ਜਦੋਂ ਬੀਜੇਪੀ 23 ਦੇ ਵਿੱਚੋਂ, ਕਿਉਂਕਿ ਅਕਾਲੀ ਦਲ ਦੇ ਨਾਲ ਗਠਜੋੜ ਸੀ ਤਾਂ 23 ਹੀ ਖਾਤੇ ਦੇ ਵਿੱਚ ਆਉਂਦੀਆਂ ਸੀ, ਇਸ ਕਰਕੇ 2017 ਦੇ ਵਿੱਚ 23 ਸੀਟਾਂ ਦੇ ਉੱਤੇ ਬੀਜੇਪੀ ਲੜੀ ਹੈ ਔਰ ਜਦੋਂ 23 ਸੀਟਾਂ ਤੇ ਦਿਨੇਸ਼ ਬੱਬੂ 23 ਸੀਟਾਂ ਤੇ ਬੀਜੇਪੀ ਜਿੱਤਦੀ ਹੈ ਤਾਂ ਵੀ ਦਿਨੇਸ਼ ਬੱਬੂ ਨੇ ਜਿੱਤ ਹਾਸਲ ਕੀਤੀ ਹੈ। 2007 ਜਿੱਤੇ, 12 ਜਿੱਤੇ, 17 ਜਿੱਤੇ, 2022 ਦੇ ਵਿੱਚ ਇਸ ਵਾਰ ਜਿੱਤੇ ਨੇ ਜਾਂ ਨਹੀਂ, ਇੱਕ ਵੱਡਾ ਸਵਾਲ ਹੈ ਕਿਉਂਕਿ ਬੀਜੇਪੀ ਦੇ ਕੋਲ 3 ਸੀਟਾਂ ਸੀ, ਇੱਕ ਦਿਨੇਸ਼ ਬੱਬੂ ਦੀ ਸੁਜਾਨਪੁਰ ਦੀ, ਇੱਕ ਅਬੋਹਰ ਤੋਂ ਅਰੁਣ ਨਾਰੰਗ ਦੀ ਔਰ ਇੱਕ ਫਗਵਾੜਾ ਤੋਂ ਸੋਮ ਪ੍ਰਕਾਸ਼ ਜਿੱਤੇ ਸੀ, ਹਾਲਾਂਕਿ ਉਹ ਬਾਈ ਇਲੈਕਸ਼ਨ ਬਾਅਦ ਬੀਜੇਪੀ ਹਾਰ ਗਈ ਸੀ। ਉਸ ਤੋਂ ਬਾਅਦ ਅੱਗੇ ਵਧਦੇ ਹਾਂ, ਚੌਕਾ ਲਗਾਉਣ ਦਾ ਮੌਕਾ ਕਿਸ ਦੇ ਕੋਲ ਹੈ।